ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ, ਜੁਗ ਜੁਗ ਅਟਲ, ਚਬਰ ਤਖਤ ਛਤਰ ਦੇ ਮਾਲਕ, ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਤਖਤ 'ਤੇ ਬਿਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਜੋ ਆਪਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਕਰ ਰਹੇ ਹਾਂ। ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਮਣ ਕਮਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹਲਾ ਪੰਜਵਾਂ। ਕੋ ਬਿਖਮ ਗਾਰ ਤੁਰਾਏ, ਆਸ ਪਿਆਸ ਧੋ ਮੋਹ, ਪਰਮ ਹੀ ਤੇ ਹੋਰੈ ਰਹਾਉ। ਪਰਮ ਸਨਮਾਨਯੋਗ, ਪਰਮ ਸਤਿਕਾਰਯੋਗ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਦੇ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪ੍ਰਾਰੰਭ ਕਰਨਾ ਹੈ, ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਮੁਕੱਦਸ ਅੰਗ
408 ਦੇ ਉੱਪਰ ਸਭਾਏਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਤਿਗੁਰੂ ਨੇ ਕਿਰਪਾ ਕੀਤੀ। ਸਤਿਗੁਰੂ ਜੀ ਸਮਝਾਉਣ ਲੱਗੇ, ਕੋਈ ਕੋ ਬਿਖਮ ਘਾਰ ਤੋਰੇ, ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੈ। ਸਤਿਗੁਰੂ ਕਹਿੰਦੇ ਭਾਈ ਆ ਜਗਤ ਦੇ ਵਿੱਚ ਕੋ ਵਿਰਲਾ ਮਨੁੱਖ ਹੈ ਜਿਹੜਾ ਇਸ ਸਖਤ ਕਿਲੇ ਨੂੰ, ਕੋਈ ਬਿਖਮਗਾਰ ਆ ਸਖਤ ਕਿਲਾ, ਹੁਣ ਉਹ ਕਿਲਾ ਕਿਹੜਾ ਹੈ? ਸਰੀਰ ਰੂਪੀ ਜਿੰਦ ਰੂਪੀ ਕਿਲਾ, ਜਿਹਦੇ ਵਿੱਚ ਜਿੰਦ ਕੈਦ ਹੈ, ਮਨ ਇਹਦੇ ਵਿੱਚ ਰਾਜਾ ਬਣ ਕੇ ਬੈਠਾ ਹੈ। ਭਾਵ ਕਿ ਕੋਈ ਵਿਰਲਾ ਮਨੁੱਖ ਹੈ ਜਿਹੜਾ ਇਸ ਸਖਤ ਕਿਲੇ ਨੂੰ ਤੋੜਦਾ ਹੈ, ਜਿਹਦੇ ਵਿੱਚ ਜਿੰਦ ਕੈਦ ਹੈ, ਤੇ ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਦੁਨੀਆ ਦੀਆਂ ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੇ, ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ ਤੇ ਧਰੋ ਕਰਨਾ, ਠੱਗੀ ਫਰੇਬ, ਮੋਹ ਅਤੇ ਭਟਕਣਾ ਤੋਂ ਰੋਕਦਾ ਹੈ। ਸਤਿਗੁਰੂ ਕਹਿੰਦੇ ਜਿਹੜਾ ਇਹ ਕਿਲਾ ਨਾ, ਕਿਲਾ ਬੜਾ ਸਖਤ ਹੈ। ਇਸ ਪ੍ਰਥਾਏ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ। ਉਹਨਾਂ ਨੇ ਇਸ ਸਰੀਰ ਰੂਪੀ ਕਿਲੇ ਨੂੰ, ਜਿਹਦੇ ਵਿੱਚ ਇੱਕ ਮਨ ਆਕੀ ਹੋ ਕੇ ਬੈਠਾ ਹੈ, ਉਹਦੇ ਬਾਰੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਹੈ, ਅੱਗੇ 1161 ਵਰਡ ਦੇ ਉੱਤੇ ਆਉਂਦਾ ਹੈ। ਉਹਦੇ ਅੰਦਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਕਿਉਂ ਲੀਜੇ ਗੜ ਮੰਕਾ ਭਾਈ। ਕਹਿੰਦੇ ਭਾਈ ਜਿਹੜਾ ਇਹ ਕਿਲਾ ਨਾ, ਇਸ ਗੜ, ਇਸ ਪੱਕੇ ਬੰਕਾਂ, ਬਹੁਤ ਹੀ ਪੱਕੇ ਇਸ ਕਿਲੇ ਨੂੰ ਕਿਹੜੇ ਢੰਗ ਦੇ ਨਾਲ ਤੋੜਿਆ ਜਾ ਸਕਦਾ ਹੈ, ਜਿੱਤਿਆ ਜਾ ਸਕਦਾ ਹੈ? ਕਿਉਂਕਿ ਭਗਤ ਕਬੀਰ ਸਾਹਿਬ ਜੀ ਨੇ ਅੱਗੇ ਪੂਰਾ ਵਰਣਨ ਕੀਤਾ, ਕਿਉਂ ਲੀਜੇ ਗੜ ਬੰਕਾ ਭਾਈ, ਕਿਉਂਕਿ ਸਤਿਗੁਰੂ ਕਹਿੰਦੇ ਇਹ ਕਿਲਾ ਬੜਾ ਸਖਤ ਹੈ। ਇਹ ਜਿਹਦੇ ਵਿੱਚ ਮਨ ਆਕੀ ਹੋ ਕੇ ਬੈਠਾ, ਜਿਹਦੇ ਵਿੱਚ ਜਿੰਦ ਹੈ, ਇਹ ਕਿਲੇ ਨੂੰ ਤੋੜਨਾ ਸੌਖਾ ਨਹੀਂ। ਇਹ ਕਿਲਾ ਹੈ ਬੜਾ, ਕਿਉਂ ਕੋ ਬਿਖਮਗਾਰ ਤੋਰੇ, ਪਰ ਹੈ ਕੋਈ ਵਿਰਲਾ, ਤੋੜਦੇ ਜ਼ਰੂਰ ਨੇ, ਪਰ ਵਿਰਲੇ ਨੇ। ਉਹ ਕਿਵੇਂ ਤੋੜਦੇ ਨੇ? ਇੱਥੇ ਭਗਤ ਕਬੀਰ ਸਾਹਿਬ ਜੀ ਨੂੰ ਪੁੱਛ ਗਏ ਤੇ ਭਗਤ ਕਹਿੰਦੇ, ਕਿਉਂ ਲੀਜੇ ਗੜ ਬੰਕਾ ਭਾਈ, ਇਸ ਸਰੀਰ ਰੂਪੀ ਪੱਕਾ ਕਿਲਾ, ਇਹਨੂੰ ਕਾਬੂ ਕਰਨਾ ਬੜਾ ਔਖਾ ਹੈ। ਕਿਉਂ ਬਈ? ਕਹਿੰਦੇ ਇਹਦੇ ਦੋਵਰ ਕੋਟ ਅਰ ਤੇਵਰ ਖਾਈ, ਦੋਵਰ ਕੋਟ, ਕਹਿੰਦੇ ਇਹਦੇ ਦਿਵਾਲੇ ਨਾ ਦੂਰੀ ਕੰਧ ਹੈ, ਦੋ ਕੰਧਾਂ ਨੇ ਇਹਦੇ ਦਿਵਾਲੇ, ਦਵੈਤ ਦੀਆਂ। ਕਿਲਿਆਂ ਦੇ ਆਸੇ ਪਾਸੇ ਦੋ ਕੰਧਾਂ ਕੱਢੀਆਂ ਜਾਂਦੀਆਂ ਸਨ, ਬਹੁਤ ਉੱਚੀਆਂ। ਇੱਕ ਕੰਧ ਕੱਢਣੀ, ਵਿਚਾਲੇ ਕੁਝ ਫਾਸਲਾ ਛੱਡਿਆ, ਅੱਗੇ ਇੱਕ ਕੰਧ ਹੋਰ ਕੱਢਣੀ। ਇਹ ਸਿਸਟਮ ਕਿਲਿਆਂ ਦਾ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਭਾਈ ਇਸ ਕਿਲੇ ਦੇ ਦੋਵਰ ਕੋਟ ਅਵਰ ਤੇਵਰ ਖਾਈ, ਕਹਿੰਦੇ ਇਹਦੇ ਦਿਵਾਲੇ ਦਵੈਤ ਦੀ ਦੂਰੀ ਕੰਧ ਹੈ ਤੇ ਤੇਵਰ ਖਾਈ ਆ, ਤਿੰਨ ਗੁਣ ਜਿਹੜੇ ਨੇ। ਇਹ ਸਰੀਰ ਰੂਪੀ ਕਿਲੇ ਦੀ ਗੱਲ ਹੈ। ਜਿਹੜਾ ਸਾਡਾ ਸਰੀਰ ਇਹ ਕਿਲਾ ਹੈ, ਇਹਦੇ ਅੰਦਰ ਜਿਹੜਾ ਮਨ ਉਹ ਰਾਜਾ ਬਣ ਕੇ ਬੈਠਾ, ਆਕੀ ਹੋ ਕੇ ਬੈਠਾ ਹੈ।
इस मन नूं काबू करना कोई सौखा कर्म नहीं। भगत कबीर साहब जी कहते ये जिहड़ा किला ना ये आसे पासे दवैत की दोहरी कंध है ते आसे पासे जिहड़ी खाई पट्टी हुई है नहर, वो 3 गुणा की खाई भाव के किलियां दे आसे पासे एक खाई पट दिती जाती सी, नहर बना दिती जाती डूंगी, उहदे विच पानी छड्ड दिता जाता सी सुरक्षा दे लई कि बाहरी फौज आके किले ते अंदर टप ना सके, हमला ना कर सके। हुण भगत साहब जी ने बाहरी किले की उदाहरण लैके इस शरीर रूपी किले की गल कीती। कहंदे भाई क्यों लीजे गढ़ बंका भाई, भाई ये जिहड़ा किला है ये बहुत पक्का है, क्योंकि सतगुरु ने अज गल इत्थों तोरी। कोई बिखमगार तोरे, कोई विरला है जिहड़ा इस शरीर रूपी बहुत सख्त किले नूं तोड़दा है, इहनूं जितदा है। ते भगत साहब जी कहंदे भाई इहनूं तोड़िया किवें जावे, क्यों? क्योंकि दोवर कोट अर तेवर खाई, इहदे आसे पासे दूरी कंध है दवैत दी इस शरीर रूपी किले दे, ते 3 गुणा की खाई पट्टी हुई है। ते अगे भगत साहब जी कहंदे भाई फिर इहनूं किवें तोड़िया जावे? ते 5-25 मोह मद मतसर आडी परबल माया। 5-25 कहंदे आ जिहड़ी आडी परबल माया, परबल जिहड़ी बड़ी ही सख्त है, कदे बड़े बल वाली माया का आसरा लैके 5 जिहड़े काम आदक 5-25 प्रकृतियां जिन्हों कहने, 5 तत्त जिन्हों कहने, मोह हंकार ईरखा की फौज कहते ये लड़न नूं तैयार है। इस किले के अंदर 5-25 जिहड़े काम क्रोध लोभ मोह हंकार 5 तत्त प्रकृतियां 5 तत्त जिहड़े ने। अते अगे भगत साहब जी कहन लगे आडी परबल माया, भाई ये बल वाली माया आसरा लैके 5 काम आदक 5 तत्त मोह हंकार ईरखा की फौज जिहड़ी है इस किले दे विच है, तो वह लड़न नूं है तैयार। ते अगे फिर भगत साहब जी कहंदे हे मेरे दाता, जन गरीब को जोर ना पहुँचे, कहाँ करूँ रघुराया दाता, मेरे गरीब की कोई पेश नहीं जाती, मैं इस शरीर रूपी किले नूं जित्तां ते जित्तां किवें। सतगुरु ने शब्द शुरू किया को बिखमगार तोरे, ये अज शब्द की पहली पावन पंक्ति रहाऊ दी। हुण सतगुरु कहते भाई ये शरीर रूपी किला जिहड़ा है ये है बहुत सख्त, और इसनों कोई विरला है जिहड़ा इस किले नूं जितदा है, क्यों इहदे विच जिहड़ा राजा है मन है, ते वो राजा आकी हो के बह गया अंदर। आकी भी होया तो उहदे कोले फौजां ने, और जिहड़ियां उसदे कोले फौजां ने वो बहुत सख्त ने, उन्हां नूं जितना कोई सौखा काम नहीं। ते सतगुरु कहंदे जन गरीब को जोर ना पहुँचे, कहाँ करूँ रघुराया। हे मेरे दाता, मेरे गरीब की कोई पेश नहीं चल रही, मेरे नूं हुण तुसीं दसना करो मैं की करा, किवें इस किले नूं जित्तां। ये शब्द भगत कबीर साहब जी का है। अज की विचार जिहड़ी है, क्योंकि दोनों शब्द बिल्कुल एक दूजे नाल ढुकदे ने। इत्थे भी सतगुरु ने कहा भी ये भाई शरीर रूपी किला जिहड़ा जिहदे विच जिंद कैद है, जिहदे विच मन रूपी राजा बैठा, बहुत सख्त, इहनूं तोड़ना बहुत, इहनूं जितना बहुत औखा है। दूसरे पासे भगत कबीर साहब जी ने यही गल की, कोई क्यों लीजे गढ़ बंका भाई, कि भाई ये शरीर रूपी किला जिहड़ा बहुत पक्का है, इनू काबू करना, इनू सर करना, इनू जितना कोई सौखा काम नहीं, क्योंकि ये दिवाले दोवर कोट के अर्थ ने कंध, इस किले के दिवाले दूरी कंध है। क्योंकि जे तुसी पुराने किले वेखे होण ते पुराने किलियां दे 2 कंधां हुंदियां ने, एक पहली एक विचाले सां छड्ड के कोई 10-20 फुट फिर अगे कंध एक बनाई जाती है। आसे पासे उहदे एक खाई पट के उहदे च पानी छड्ड दिता जांदा सी कि कोई
ਇਸ ਕਿਲੇ ਦੇ ਵਿੱਚ ਪ੍ਰਵੇਸ਼ ਨਾ ਕਰ ਸਕੇ, ਲੰਘ ਨਾ ਸਕੇ। ਹੁਣ ਇੱਥੇ ਭਗਤ ਸਾਹਿਬ ਜੀ ਕਹਿੰਦੇ ਵੀ ਇਹ ਸਾਰਾ ਜਿਹੜਾ ਨਾ ਸਰੀਰ ਹੈ, ਇਹ ਸਰੀਰ ਰੂਪੀ ਕਿਲੇ ਦੇ ਆਸੇ ਪਾਸੇ ਦਵੈਤ ਦੀ ਕੰਧ ਤੇ 3 ਗੁਣਾਂ ਦੀ ਖਾਈ ਤੇ 5 25 ਮੋਹ ਮਦ ਮਤਸਰ ਆਂਡੀ ਪਰਬਲ ਮਾਇਆ, ਬਲ ਵਾਲੀ ਮਾਇਆ ਆਸਰਾ ਲੈ ਕੇ 5 ਕਾਮ ਆਦਿਕ 25 ਤਤ ਮੋਹ ਹੰਕਾਰ ਈਰਖਾ ਦੀ ਫੌਜ, ਇਹ ਲੜਨ ਲਈ ਤਿਆਰ ਹੈ। ਮੇਰੇ ਦਾਤਾ ਮੇਰੇ ਗਰੀਬ ਦੀ ਕੋਈ ਪੇਸ਼ ਨਹੀਂ ਜਾਂਦੀ ਪਈ, ਕਿਵੇਂ ਮੈਂ ਜਿੱਤਾਂ ਇਹਨੂੰ, ਕਿਉਂਕਿ ਇਹ ਜਿੱਤਣਾ ਕਿਹੜਾ ਸੌਖਾ ਹੈ। ਤੇ ਤੁਸੀਂ ਹੁਣ ਕਿਰਪਾ ਕਰਕੇ ਦੱਸਣਾ ਕਰੋ ਵੀ ਮੈਂ ਇਹਨੂੰ ਕਿਵੇਂ ਜਿੱਤਾਂ। ਅੱਗੇ ਹੁਣ ਜੋ ਗੱਲ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਹੈ ਮੇਰੇ ਦਾਤਾ ਕਾਮ ਕਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ। ਹੁਣ ਇਸ ਕਿਲੇ ਦੀ ਬਣਤਰ ਕੀ ਹੈ? ਇੱਕ ਬਾਹਰੀ ਕਿਲਾ ਹੈ ਤੇ ਇੱਕ ਸਰੀਰ ਰੂਪੀ ਕਿਲਾ ਹੈ। ਹੁਣ ਇਸ ਸਰੀਰ ਰੂਪੀ ਕਿਲੇ ਦੀ ਬਣਤਰ ਕੀ ਹੈ? ਕਾਮ ਕਵਾਰੀ ਦੁੱਖ ਸੁੱਖ ਦਰਵਾਨੀ ਆਪ ਪੁੰਨ ਦਰਵਾਜ਼ਾ। ਕਾਮ ਇਸ ਕਿਲੇ ਦੇ ਬੂਹੇ ਦਾ ਮਾਲਕ ਹੈ, ਇਹ ਸਰੀਰ ਰੂਪੀ ਕਿਲਾ। ਕਾਮ ਜਿਹੜਾ ਕਵਾਰੀ, ਕਾਮ ਕਵਾਰੀ ਦੁੱਖ ਸੁੱਖ ਦਰਵਾਨੀ। ਭਾਈ ਜਿਹੜਾ ਕਾਮ ਹੈ ਇਸ ਕਿਲੇ ਦੇ ਬੂਹੇ ਦਾ ਮਾਲਕ ਹੈ ਤੇ ਦੁੱਖ ਤੇ ਸੁੱਖ ਜਿਹੜੇ ਨੇ ਦੋਨੇ ਇਹਦੇ ਪਹਿਰੇਦਾਰ ਨੇ, ਪਹਿਰਾ ਦੇ ਰਹੇ ਨੇ ਦੋਨੇ। ਤੇ ਪਾਪ ਪੁੰਨ ਦਰਵਾਜ਼ਾ, ਪਾਪ ਤੇ ਪੁੰਨ ਇਹ ਕਿਲੇ ਦੇ 2 ਦਰਵਾਜ਼ੇ ਨੇ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤਹ ਮਨ ਮਵਾਸੀ ਰਾਜਾ। ਕਹਿੰਦੇ ਭਾਈ ਜਿਹੜਾ ਬਹੁਤ ਹੀ ਕ੍ਰੋਧ ਪ੍ਰਧਾਨ, ਉਹ ਕ੍ਰੋਧ ਜੋ ਬੜਾ ਹੀ ਲੜਾਕਾ ਹੈ, ਉਹ ਕ੍ਰੋਧ ਇਸ ਕਿਲੇ ਦਾ ਚੌਧਰੀ ਹੈ। ਤੇ ਮਨ ਮਵਾਸੀ ਰਾਜਾ, ਅਜਿਹੇ ਕਿਲੇ ਵਿੱਚ ਮਨ ਰਾਜਾ ਆਕੀ ਹੋ ਕੇ ਬੈਠਾ ਹੈ। ਹੁਣ ਇਸ ਰਾਜੇ ਨੂੰ ਫੜਨਾ ਹੈ। ਇਸ ਕਿਲੇ ਨੂੰ ਤਾਂ ਜਿੱਤਿਆ ਜਾਣਾ ਜੇਕਰ ਇਸ ਮਨ ਰੂਪੀ ਰਾਜੇ ਨੂੰ ਅਸੀਂ ਕਾਬੂ ਕਰ ਲਈਏ, ਕਿਉਂਕਿ ਪੁਰਾਣੇ ਸਮਿਆਂ 'ਚ ਲੜਾਈਆਂ ਜੰਗ ਯੁੱਧ ਹੁੰਦੇ ਰਾਜਿਆਂ ਦੇ, ਉਹਨਾਂ ਚਿਕਰ ਲੜਾਈ ਹੁੰਦੀ ਹੈ ਜਿੰਨਾ ਚਿਕਰ ਉਹ ਰਾਜੇ ਨੂੰ ਫੜਿਆ ਨਹੀਂ ਜਾ ਸਕਦਾ ਜਾਂ ਰਾਜਾ ਸਰੈਂਡਰ ਨਹੀਂ ਕਰ ਦਿੰਦਾ, ਆਤਮ ਸਮਰਪਣ ਨਹੀਂ ਕਰ ਦਿੰਦਾ। ਉਹਨਾਂ ਚਿਕਰ ਜੰਗ ਯੁੱਧ ਚੱਲਦੇ ਨੇ। ਹੁਣ ਇਹ ਮਨ ਰੂਪੀ ਰਾਜਾ ਆਕੀ ਹੋ ਕੇ ਬੈਠ ਗਿਆ ਇਸ ਸਰੀਰ ਰੂਪੀ ਕਿਲੇ ਦੇ ਵਿੱਚ। ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਨੂੰ ਫੜੀਏ ਫਿਰ ਕਿਵੇਂ? ਅੱਗੇ ਹੁਣ ਕਹਿੰਦੇ ਸਵਾਦ ਸਨਾਹਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘਟ ਪੀਤਰ ਇਉਂ ਗੜ ਲਿਓ ਨਾ ਜਾਈ। ਕਹਿੰਦੇ ਭਾਈ ਇਹ ਜਿਹੜਾ ਮਨ ਰੂਪੀ ਰਾਜਾ ਨਾ, ਇਹਦੇ ਕੋਲੇ ਪਤਾ ਸਵਾਦ ਚਸਕੇ ਜਿਹੜੇ ਜੀਵ ਦੇ ਚਸਕੇ ਆ, ਸਨਾਹਾ ਸੰਜੋਗ ਜੀ ਨੂੰ ਕਹਿੰਦੇ ਨੇ। ਕਹਿੰਦੇ ਭਾਈ ਜੀਵ ਦੇ ਚਸਕੇ ਇਸ ਮਨ ਰਾਜੇ ਨੇ ਸੰਜੋ ਪੈਣੀ ਹੋਈ ਹੈ, ਕਿਉਂਕਿ ਜਿੰਨਾ ਚਿਕਰ ਅਸੀਂ ਆਪਣੀ ਰਸਨਾ ਆਪਣੀ ਜੀਵ ਦੇ ਚਸਕਿਆਂ ਨੂੰ ਨਾ ਤਿਆਗਾਂਗੇ, ਉਹਨਾਂ ਚਿਕਰ ਅਸੀਂ ਮਨ ਨੂੰ ਜਿੱਤ ਨਹੀਂ ਸਕਦੇ। ਜੇ ਦੁਨੀਆ ਦੇ ਪਦਾਰਥਾਂ ਦੇ ਚਸਕੇ ਨੇ ਸਾਨੂੰ, ਤੇ ਅਸੀਂ ਕਦੇ ਵੀ ਮਨ ਦੇ ਉੱਤੇ ਆਪਣੇ 'ਤੇ ਕਾਬੂ ਨਹੀਂ ਪਾ ਸਕਾਂਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਸਮਝਾਈ। ਕਹਿਣ ਲੱਗੇ ਭਾਈ ਦੇਖ ਸਵਾਦ ਸਨਾਹਾ ਮਹਾਬੜ ਵਾਹਿਗੁਰੂ, ਸਵਾਦ ਸਨਾਹਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ। ਕਹਿੰਦੇ ਭਾਈ ਜਿਹੜੇ ਜੀਵ ਦੇ ਚਸਕੇ ਹੈ ਇਸ ਮਨ ਰੂਪੀ ਰਾਜੇ ਨੇ ਸੰਜੋ ਪੈਣੀ ਹੋਈ ਹੈ। ਸੰਜੋ ਦੇ ਅਰਥ ਉਹ ਲੋਹੇ ਦੀ, ਜਿਹਨੂੰ ਅਸੀਂ ਅੱਜ ਬੁਲਟ ਪ੍ਰੂਫ ਜੈਕਟ ਕਹਿ ਦਿੰਦੇ ਹਾਂ, ਜਿਹਦੇ ਅੰਦਰ ਦੀ ਕੋਈ ਗੋਲੀ ਕ੍ਰੋਸ ਨਾ ਕਰ ਸਕੇ, ਜਿਹਦੇ ਅੰਦਰ ਦੀ ਕੋਈ ਹਥਿਆਰ ਨਾ ਵੱਜ ਸਕੇ, ਉਹ ਅੱਗੇ ਸੰਜੋ ਪੈਣੀ ਜਾਂਦੀ ਸੀ। ਔਰ ਜਿਹੜੀ ਸੰਜੋ ਸੀ ਉਹ ਸਾਰੇ ਸਰੀਰ ਦੇ ਉੱਤੇ ਰੱਖਿਆ ਕਰਦੀ ਸੀ ਵੀ ਕੋਈ ਤਲਵਾਰ ਆਦਿਕ ਉਹਨੂੰ ਕੱਟ ਨਹੀਂ ਕਰਦੀ ਸੀ, ਉਹਦੇ ਅੰਦਰ ਕੋਈ ਜ਼ਖਮ ਨਹੀਂ ਕਰ ਸਕਦੀ ਸੀ। ਤੇ ਸਿਰ ਦੇ ਉੱਤੇ ਟੋਪ ਲੈਣਾ ਕਿ ਸਿਰ ਦੇ ਵਿੱਚ ਕੋਈ ਸੱਟ, ਕੋਈ ਤਿੱਖਾ ਹਥਿਆਰ ਜਿਹੜਾ ਹੈ ਉਹ ਵੱਜ ਨਾ ਸਕੇ।
ਹੁਣ ਇਹ ਮਨ ਰੂਪੀ ਰਾਜਾ ਬੈਠਾ ਤੇ ਮਨ ਰੂਪੀ ਰਾਜੇ ਦੇ ਕੋਲ ਇਹ ਸਭ ਕੁਝ ਹੈ। ਜੀਵ ਦੇ ਚਸਕੇ ਜਿਹੜੇ ਇਹ ਮਨ ਰਾਜੇ ਨੇ ਉਹ ਸੰਜੋ ਬੁਲਟ ਪ੍ਰੂਫ ਜੌਕਟ ਜਿਹਨੂੰ ਕਹੀਏ ਉਹ ਪਹਿਨੀ ਹੋਈ ਹੈ ਤੇ ਸਿਰ ਦੇ ਉੱਤੇ ਮਮਤਾ ਦਾ ਟੋਪ ਪਾਇਆ ਹੋਇਆ ਹੈ ਤੇ ਕਬੁੱਧ ਕਮਾਨ ਚੜਾਈ ਤਿਆਰੀ ਕਰਕੇ ਬੈਠਾ ਹੈ ਤੇ ਕਬੁੱਧ ਭੈੜੀ ਮੱਤ ਦੀ ਕਮਾਨ ਕਸੀ ਹੋਈ ਹੈ ਨੇ। ਭੈੜੀ ਮੱਤ ਦੀ ਕਮਾਨ ਇਹਦੇ ਕੋਲ ਆ, ਤੀਰ ਕਮਾਨ, ਕਿਉਂਕਿ ਇਹ ਉਦੋਂ ਦੀਆਂ ਗੱਲਾਂ ਨੇ ਜਦੋਂ ਜੰਗ ਯੁੱਧ ਤੀਰਾਂ ਕਮਾਨਾਂ ਤੇ ਹਥਿਆਰਾਂ ਦੇ ਨਾਲ ਇਹਨਾਂ ਤਲਵਾਰਾਂ ਆਦਿਕ ਲੜੇ ਜਾਂਦੇ ਸਨ। ਭਗਤ ਸਾਹਿਬ ਜੀ ਕਹਿੰਦੇ ਇਸ ਮਨ ਰੂਪੀ ਰਾਜੇ ਦੇ ਕੋਲ ਭੈੜੀ ਮੱਤ ਦੀ ਕਮਾਨ ਹੈ ਔਰ ਭੈੜੀ ਮੱਤ ਦੀ ਕਮਾਨ ਕਸੀ ਬੈਠਾ ਹੈ ਤੇ ਅੱਗੇ ਕਹਿੰਦੇ ਤਿਸ਼ਨਾ ਤੀਰ ਆ ਰਹੇ ਘਟ ਭੀਤਰ ਇਉਂ ਗੜ ਲਿਓ ਨਾ ਜਾਈ। ਕਹਿੰਦੇ ਕੱਲਾ ਕਬੁੱਧ ਦੀ ਕਮਾਨ ਨਹੀਂ, ਇਹਦੇ ਕੋਲੇ ਤ੍ਰਿਸ਼ਨਾ ਦੇ ਤੀਰ ਵੀ ਨੇ। ਇਸ ਮਨ ਰੂਪੀ ਰਾਜੇ ਦੇ ਕੋਲੇ ਭੈੜੀ ਮੱਤ ਦੀ ਕਮਾਨ ਕਸੀ, ਤ੍ਰਿਸ਼ਨਾ ਦੇ ਤੀਰ ਅੰਦਰ ਹੀ ਅੰਦਰ ਕਸੇ ਨੇ। ਕਹਿੰਦੇ ਅਜਿਹਾ ਕਿਲਾ ਮੇਰੇ ਦਾਤਾ ਫਿਰ ਮੈਥੋਂ ਜਿੱਤਿਆ ਨਹੀਂ ਜਾ ਸਕਦਾ ਤੇਰੀ ਕਿਰਪਾ ਤੋਂ ਬਿਨਾਂ। ਇਹ ਮਨ ਰੂਪੀ ਰਾਜੇ ਨੂੰ ਸਰ ਕਰਨਾ ਜਿੱਤਣਾ ਕੋਈ ਸੌਖਾ ਕੰਮ ਨਹੀਂ। ਇਹ ਮੈਥੋਂ ਨਹੀਂ ਜਿੱਤਿਆ ਜਾਣਾ। ਤਾਂ ਫਿਰ ਅੱਗੇ ਹੁਣ ਭਗਤ ਸਾਹਿਬ ਜੀ ਨੇ ਜਿੱਤਣ ਦਾ ਤਰੀਕਾ ਦੱਸਿਆ ਕਿ ਭਾਈ ਇਹ ਐਡਾ ਔਖਾ ਵੀ ਕੋਈ ਨਹੀਂ, ਪਰ ਜਿੱਤਣ ਵਾਸਤੇ ਤਿਆਰੀ ਕਰਨੀ ਪਵੇਗੀ। ਹੁਣ ਜੇ ਕਿਸੇ ਰਾਜੇ ਮਹਾਰਾਜੇ ਜਦੋਂ ਦੂਸਰੇ ਰਾਜੇ 'ਤੇ ਜਾ ਕੇ ਚੜ੍ਹਾਈ ਕਰਦੇ ਸਨ, ਪਤਾ ਹੁੰਦਾ ਕਿ ਇਹ ਰਾਜਾ ਬਹੁਤ ਤਾਕਤਵਰ ਹੈ, ਇਹਦੇ ਕੋਲੇ ਫੌਜਾਂ ਬਹੁਤ ਨੇ, ਤੇ ਫਿਰ ਪਹਿਲਾਂ ਉਹਨਾਂ ਦੀ ਪੂਰਨ ਤਿਆਰੀ ਕੀਤੀ ਜਾਂਦੀ ਸੀ। ਤਿਆਰੀ ਕਰਨੀ, ਉਦੋਂ ਅੱਗੇ ਫਿਰ ਉਸ ਰਾਜੇ ਦੇ ਉੱਤੇ ਚੜ੍ਹਾਈ ਕਰਨੀ, ਫਿਰ ਉਸ ਰਾਜੇ ਨੂੰ ਜਿੱਤਣਾ। ਹੁਣ ਭਗਤ ਸਾਹਿਬ ਜੀ ਕਹਿੰਦੇ ਇਹ ਮਨ ਰੂਪੀ ਰਾਜਾ ਇਹ ਵੀ ਬੜਾ ਸਖਤ ਹੈ, ਬੜਾ ਤਾਕਤਵਰ ਹੈ, ਬੜੀਆਂ ਵੱਡੀਆਂ ਫੌਜਾਂ ਨੇ ਇਹਦੇ ਕੋਲ। ਹੁਣ ਇਹਨੂੰ ਵੀ ਜਿੱਤਣਾ ਹੈ ਤੇ ਜਿੱਤਣ ਤੋਂ ਪਹਿਲਾਂ ਇੱਕ ਤਿਆਰੀ ਕਰੀਏ। ਇਹ ਸਾਡੇ ਸਾਰਿਆਂ ਲਈ ਸਬਕ ਹੈ। ਸਤਿਗੁਰੂ ਨੇ ਵੀ ਸਮਝਾਇਆ ਇਹ ਗੱਲ ਨਾ, ਕਹਿੰਦੇ ਭਾਈ ਸੰਤ ਸੰਗ ਨਾਮ ਰੰਗ ਗੁਣ ਗੋਬਿੰਦ ਗਾਵੋ। ਬਸ ਕਹਿੰਦੇ ਉਸ ਦਾਤੇ ਦੇ ਨਾਮ ਨੂੰ ਜਪਿਓ ਫੇਰੇ ਜਿੱਤਿਆ ਜਾ ਸਕਦਾ। ਹੁਣ ਕਿਵੇਂ ਜਿੱਤਿਆ ਜਾਂਦਾ? ਭਗਤ ਕਬੀਰ ਸਾਹਿਬ ਜੀ ਨੂੰ ਪੁੱਛ ਗਏ ਤੇ ਭਗਤ ਕਬੀਰ ਸਿੰਘ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਝੋਟ ਸਝਾਇਆ। ਕਹਿੰਦੇ ਭਾਈ ਇਹਨੂੰ ਮੈਂ ਜਿੱਤਿਆ, ਇਸ ਮਨ ਰੂਪੀ ਕਿਲੇ ਵਾਹਿਗੁਰੂ ਰਾਜੇ ਨੂੰ ਮੈਂ ਜਿੱਤਿਆ, ਸਰੀਰ ਰੂਪੀ ਕਿਲੇ ਨੂੰ ਮੈਂ ਸਰ ਕੀਤਾ। ਪਰ ਕਿੱਦੇ ਜਦੋਂ ਮੈਂ ਪ੍ਰਮਾਤਮਾ ਦੇ ਚਰਨਾਂ ਦੇ ਪ੍ਰੇਮ ਦਾ ਪਲੀਤਾ ਲਾਇਆ। ਪਲੀਤਾ ਸਮਝਦੇ ਹੋ ਨਾ? ਪਿਛਲੇ ਸਮਿਆਂ ਵਿੱਚ ਜਿਹੜੀਆਂ ਤੋਪਾਂ ਹੁੰਦੀਆਂ ਸਨ ਉਹਨਾਂ ਨੂੰ ਅੱਗ ਦੇ ਪਲੀਤੇ ਨਾਲ ਚਲਾਇਆ ਜਾਂਦਾ ਸੀ, ਬਰੂਦ ਭਰ ਕੇ। ਉਹਦੇ ਅੱਗੇ ਬੱਤੀ ਨੂੰ ਅੱਗ ਲਾਉਣੀ, ਜਿਵੇਂ ਅੱਜ ਤੁਸੀਂ ਪਟਾਕੇ ਚਲਾਉਂਦੇ ਹੋ ਉਹਨੂੰ ਅੱਗ ਲਾ ਕੇ ਚਲਾਉਣੇ, ਇਸੇ ਤਰ੍ਹਾਂ ਉਹ ਤੋਪ ਦਾ ਗੋਲਾ ਚੱਲਦਾ ਸੀ। ਉਹਨੂੰ ਕਹਿੰਦੇ ਸੀ ਪਲੀਤਾ ਲਾਉਣਾ। ਉਹ ਪਲੀਤਾ ਤਿਆਰ ਕਰਨਾ, ਉਸ ਤੋਪ ਦੀ ਬੱਤੀ ਨੂੰ ਲਾਉਣਾ ਤੇ ਉਹ ਗੋਲਾ ਜਿਹੜਾ ਸੀ ਬਰੂਦ ਚੱਲਦਾ ਸੀ। ਹੁਣ ਇੱਥੇ ਭਗਤ ਸਾਹਿਬ ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ ਭਾਈ। ਜਦੋਂ ਮੈਂ ਪ੍ਰਮਾਤਮਾ ਦੇ ਪ੍ਰੇਮ ਦਾ, ਅਕਾਲ ਪੁਰਖ ਦੇ ਚਰਨਾਂ ਦੇ ਪ੍ਰੇਮ ਦਾ ਲਾਇਆ ਪਲੀਤਾ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਸੁਰਤ ਨੂੰ ਬਣਾਇਆ ਹਵਾਈ। ਸਮਝਿਓ, ਉਹਨੂੰ ਹਵਾਈ ਬਣਾਇਆ ਤੇ ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ ਬਣਾਇਆ ਗੋਲਾ। ਹੁਣ ਜਦੋਂ ਮੈਂ ਗੋਲਾ ਚਲਾਇਆ ਨਾ, ਕਹਿੰਦੇ ਫਿਰ ਜਦੋਂ ਇਹ ਗੋਲਾ ਚੱਲਿਆ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਏਕੇ ਝੋਟ ਸੁਝਾਇਆ, ਸਹਿਜ ਅਵਸਥਾ ਵਿੱਚ ਅੱਪੜ ਕੇ ਅੰਦਰ ਰੱਬੀ ਜੋਤ ਜਗਾਈ। ਤਾਂ ਕਹਿੰਦੇ ਬਸ ਇੱਕ ਗੋਲਾ ਛੱਡਣ ਦੀ ਲੋੜ ਪਈ ਮੈਨੂੰ, ਇੱਕ ਸੱਟ ਦੇ ਨਾਲ ਮੈਂ ਕਾਮਯਾਬ ਹੋ ਗਿਆ। ਜਦੋਂ ਮੈਂ ਪ੍ਰਮਾਤਮਾ ਦੇ ਚਰਨਾਂ ਦਾ
ਪਲੀਤਾ ਬਣਾਇਆ। ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਸੁਰਤ ਨੂੰ ਹਵਾਈ ਬਣਾਇਆ। ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨੂੰ ਗੋਲਾ ਬਣਾਇਆ। ਬਸ ਕਹਿੰਦੇ ਮੈਂ ਸਹਿਜ ਅਵਸਥਾ ਵਿੱਚ ਅੱਪੜ ਕੇ ਅੰਦਰ ਦੀ ਜੋਤ ਜਗਾਈ ਤਾਂ ਇੱਕ ਹੀ ਚੋਟ ਦੇ ਨਾਲ, ਇੱਕ ਹੀ ਸੱਟ ਦੇ ਨਾਲ ਮੈਂ ਕਾਮਯਾਬ ਹੋ ਗਿਆ। ਮੈਂ ਇਸ ਮਨ ਰੂਪੀ ਰਾਜੇ ਨੂੰ ਫੜ ਲਿਆ, ਇਸ ਸਰੀਰ ਰੂਪੀ ਕਿਲੇ ਨੂੰ ਜਿੱਤਿਆ। ਅੱਗੇ ਕਹਿੰਦੇ ਸਤ ਸੰਤੋਖ ਲੈ ਲੜਨੇ ਲੱਗਾ, ਇੱਕ ਫੌਜਾਂ ਆ ਗਈਆਂ ਨਾਲ। ਸਤ ਸੰਤੋਖ ਲੈ ਲੜਨੇ ਲੱਗਾ, ਤੋਰੇ ਦੋਏ ਦਰਵਾਜ਼ਾ। ਉਹ ਪਾਪ ਤੇ ਪੁੰਨ ਵਾਲੇ ਜਿਹੜੇ ਦੋ ਦਰਵਾਜ਼ੇ ਸਨ ਉਹਨਾਂ ਨੂੰ ਤੋੜਿਆ। ਕਿਵੇਂ, ਕਿਸ ਤਰ੍ਹਾਂ? ਸਤ ਤੇ ਸੰਤੋਖ ਲੈ, ਸਤ ਸੰਤੋਖ ਦੋ ਜਿਹੜੇ ਬਲ ਵਾਲੇ ਜਿਹੜੇ ਫੌਜੀ ਸਨ। ਹੁਣ ਸਤਿਗੁਰੂ ਕਹਿੰਦੇ ਭਾਈ ਦੇਖੋ, ਸਤ ਤੇ ਸੰਤੋਖ ਲੈ ਕੇ ਮੈਂ ਉਸ ਫੌਜ ਦੇ ਟਾਕਰੇ 'ਤੇ, ਜਿਹੜੀ ਫੌਜ ਭਗਤ ਕਬੀਰ ਸਾਹਿਬ ਜੀ ਨੇ ਪਹਿਲਾਂ ਆਪਾਂ ਨੂੰ ਸਮਝਾਈ ਕਿ ਭਾਈ ਇਹਦੇ ਕੋਲੇ ਫੌਜ ਕਿਹੜੀ? ਕਾਮ ਕੁਮਾਰੀ ਦੁੱਖ ਸੁੱਖ ਦਰਬਾਨੀ ਪਾਪ ਪੁੰਨ ਦਰਵਾਜ਼ਾ। ਕਾਮ ਕ੍ਰੋਧ ਦੋਏ, ਕਾਮ ਕ੍ਰੋਧ ਮਹਾਬੜ ਦੁੰਦਰ ਤੈ ਮਨ ਵਾਸੀ ਰਾਜਾ। ਜਿਹੜੀ ਐਡੀ ਵੱਡੀ ਇਹਦੇ ਕੋਲੇ ਫੌਜ ਸੀ ਨਾ, ਮਨ ਰੂਪੀ ਰਾਜੇ ਦੇ ਕੋਲ, ਕਹਿੰਦੇ ਉਹਨੂੰ ਫਿਰ ਫੌਜ ਦਾ ਮੈਂ ਟਾਕਰਾ ਕਿਵੇਂ ਕੀਤਾ? ਸਤ ਸੰਤੋਖ ਦੋਏ ਲੈ ਲੜਨੇ ਲੱਗਾ, ਤੋਰੇ ਦੋਏ ਦਰਵਾਜ਼ਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਸਤ ਤੇ ਸੰਤੋਖ ਲਿਆ, ਉਸ ਫੌਜ ਦੇ ਟਾਕਰੇ 'ਤੇ ਮੈਂ ਲੜਨ ਲੱਗ ਪਿਆ। ਸਤ ਸੇ ਸੰਤੋਖ ਮੇਰੇ ਕੋਲ ਸੀ। ਉਧਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਫੌਜ ਹੈ, ਇੱਧਰ ਸਤ ਤੇ ਸੰਤੋਖ ਦੀ ਫੌਜ ਹੈ। ਭਗਤ ਸਾਹਿਬ ਜੀ ਕਹਿੰਦੇ ਮੈਂ ਸਤ ਤੇ ਸੰਤੋਖ ਦੀ ਫੌਜ ਲਈ ਅਤੇ ਉਸ ਫੌਜ ਦੇ ਟਾਕਰੇ 'ਤੇ ਮੈਂ ਲੜਨ ਲੱਗ ਪਿਆ। ਮੈਂ ਫਿਰ ਦੋਨੇ ਜਿਹੜੇ ਦਰਵਾਜ਼ੇ ਸੀ ਨਾ ਕਿਲੇ ਦੇ, ਪਾਪ ਤੇ ਪੁੰਨ ਵਾਲੇ, ਉਹ ਦੋਨੇ ਭੰਨੇ। ਪਹਿਲਾਂ ਇਹ ਭੰਨ ਦਿੱਤੇ। ਅੱਗੇ ਕਹਿੰਦੇ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ। ਐਵੇਂ ਨਹੀਂ ਫੜਿਆ ਗਿਆ ਇਹ ਮਨ ਰੂਪੀ ਰਾਜਾ, ਐਵੇਂ ਨਹੀਂ ਸਰੀਰ ਰੂਪੀ ਕਿਲਾ ਜਿੱਤਿਆ ਗਿਆ। ਕਿਵੇਂ ਜਿੱਤਿਆ? ਕਹਿੰਦੇ ਭਾਈ ਮੈਂ ਜਿੱਤਿਆ ਸਤਿਗੁਰੂ ਤੇ ਸਤ ਸੰਗਤ ਦੀ ਮਿਹਰ ਨਾਲ। ਮੈਂ ਇਸ ਕਿਲੇ ਦਾ ਆਕੀ ਰਾਜਾ ਜਿਹੜਾ ਸੀ ਉਹਨੂੰ ਫੜ ਲਿਆ, ਉਹਨੂੰ ਆਪਣੇ ਭਾਵ ਅਧੀਨ ਕਰ ਲਿਆ। ਇਹ ਢੰਗ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਇਹ ਢੰਗ ਸਾਨੂੰ ਦੱਸਦੇ ਨੇ। ਕਹਿਣ ਲੱਗੇ ਭਾਈ ਇਹ ਜਿਹੜਾ ਰਾਜਾ ਨਾ, ਜਿਹੜਾ ਇਹਨੂੰ ਕੋਈ ਸਰ ਕਰਨਾ ਸੌਖਾ ਕੰਮ ਨਹੀਂ। ਕਉ ਬਿਖਮਗਾਰ ਤੋਰੇ, ਭਾਈ ਕੋਈ ਵਿਰਲਾ ਹੈ ਜਿਹੜਾ ਇਸ ਸਖਤ ਕਿਲੇ ਨੂੰ ਤੋੜਦਾ ਹੈ। ਜਿਸ ਕਿਲੇ ਵਿੱਚ ਜਿੰਦ ਕੈਦ ਪਈ, ਜਿਹਦੇ ਵਿੱਚ ਮਨ ਬੈਠਾ ਆਕੀ ਹੋ ਕੇ ਇਸ ਕਿਲੇ ਨੂੰ ਤੋੜਨ ਵਾਲਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੈ ਜ਼ਰੂਰ, ਪਰ ਹੈ ਕੋਈ ਵਿਰਲਾ। ਆਸ ਪਿਆਸ ਧੋ ਮੋਹ ਭਰਮ ਹੀ ਤੇ ਹੋਰੇ। ਕਹਿੰਦੇ ਭਾਈ ਕੋਈ ਵਿਰਲਾ ਹੈ ਜਿਹੜਾ ਆਪਣੇ ਮਨ ਨੂੰ ਆ ਦੁਨੀਆ ਦੀਆਂ ਆਸਾਂ, ਮਾਇਆ ਦੀ ਤ੍ਰਿਸ਼ਨਾ ਤੇ ਧਰੋ ਠੱਗੀ, ਫਰੇਬ, ਮੋਹ ਤੇ ਭਟਕਣਾ ਤੋਂ ਰੋਕਦਾ ਹੈ। ਕੋਈ ਵਿਰਲਾ ਮਨੁੱਖ ਹੈ ਜਿਹੜਾ ਇਹਨਾਂ ਔਗਣਾਂ ਤੋਂ ਆਪਣੇ ਮਨ ਨੂੰ ਰੋਕ ਸਕੇ। ਦੁਨੀਆ ਦੀਆਂ ਸਾਰੀਆਂ ਆਸ਼ਾਵਾਂ ਜਿਹੜੀਆਂ ਨੇ, ਆਸ ਪਿਆਸ, ਧਰੋ ਮੋਹ, ਧਰੋ ਠੱਗੀ, ਮੋਹ ਮਾਇਆ ਦਾ ਭਟਕਣਾ, ਕਹਿੰਦੇ ਇਹ ਤੇ ਕੋਈ ਵਿਰਲਾ ਹੈ ਜਿਹੜਾ ਭਟਕਣਾ ਤੋਂ ਰੋਕਦਾ ਹੋਵੇ। ਅੱਗੇ ਸਤਿਗੁਰੂ ਨੇ ਕਿਰਪਾ ਕੀਤੀ, ਸਮਝਾਉਣਾ ਕੀਤਾ। ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਸ਼ੋਰ